गुड मॉर्निंग स्टूडेंट्स। ਇਕਨੋਮਿਕਸ ਦਾ ਲੈਸਨ ਚੱਲ ਰਿਹਾ ਰਾਜੇ ਬੇਸਿਕ ਕਨਸੈਪਟਸ ਮੁੱਢਲੀਆਂ ਧਾਰਨਾਵਾਂ ਤੇ ਉਸ ਦੇ ਵਿੱਚ ਆਪਾਂ ਇਕਨੋਮਿਕਸ ਦੇ ਜੋ ਬੇਸਿਕ ਕਨਸੈਪਟ ਆ ਉਹਨਾਂ ਦੇ ਬਾਰੇ ਗੱਲ ਕਰਦੇ ਹਾਂ। ਅੱਜ ਡਿਸਕਸ ਕਰਾਂਗੇ ਡਿਸਗਾਈਜ਼ਡ ਅਨਇੰਪਲੋਇਮੈਂਟ ਦੇ ਬਾਰੇ। ਛੁਪੀ ਹੋਈ ਬੇਰੁਜ਼ਗਾਰੀ। ਛੁਪੀ ਹੋਈ ਬੇਰੁਜ਼ਗਾਰੀ ਕਿਹਨੂੰ ਕਹਿੰਦੇ ਆ? That situation when more number of labor are engaged in a work than required। ਛੁਪੀ ਹੋਈ ਬੇਰੁਜ਼ਗਾਰੀ ਉਹ ਕੰਡੀਸ਼ਨ ਹੁੰਦੀ ਆ ਜਦੋਂ ਕਿਸੇ ਵੀ ਕੰਮ ਦੇ ਵਿੱਚ ਘੱਟ ਜਾਣਿਆਂ ਦੀ ਲੋੜ ਹੋਵੇ ਤੇ ਉੱਥੇ ਕੰਮ ਕਰਨ ਵਾਲੇ ਵੱਧ ਲੋਕ ਹੋਣ। ਜ਼ਿਆਦਾ ਲੋਕ ਕੰਮ ਦੇ ਵਿੱਚ ਲੱਗੇ ਵੇ ਹੋਣ ਬਟ ਉਹ ਕੰਮ ਥੋੜ੍ਹੇ ਬੰਦਿਆਂ ਦੇ ਨਾਲ ਹੀ ਪੂਰਾ ਹੋ ਸਕਦਾ ਹੋਵੇ ਤਾਂ ਉਹਨੂੰ ਅਸੀਂ ਛੁਪੀ ਹੋਈ ਬੇਰੁਜ਼ਗਾਰੀ ਜਾਂ ਡਿਸਗਾਈਜ਼ਡ ਅਨਇੰਪਲੋਇਮੈਂਟ ਕਹਿ ਦਿੰਦੇ ਹਾਂ। ਇਟ ਮੀਨਸ some extra or excess workers engaged in that work। मतलब कि extra ਵੱਧ ਲੋਕ ਵੱਧ ਵਰਕਰ ਆ ਜਿਹੜੇ ਉਸ ਕੰਮ ਦੇ ਵਿੱਚ ਲੱਗੇ ਹੋਏ ਆ ਬਟ ਉੱਥੇ ਐਕਚੁਅਲ ਦੇ ਵਿੱਚ ਇੰਨੇ ਲੋਕਾਂ ਦੀ ਜ਼ਰੂਰਤ ਨਹੀਂ ਹੈਗੀ। ਐਗਜ਼ਾਮਪਲ ਦੇ ਤੌਰ ਤੇ ਆਪਾਂ ਗੱਲ ਕਰਦੇ ਹਾਂ, ਇੱਕ ਫੈਮਿਲੀ ਹੈ। ਫੈਮਿਲੀ ਦੇ ਵਿੱਚ ਫੈਮਿਲੀ ਕੋਲ ਕਿੰਨੀ ਜ਼ਮੀਨ ਹੈ? 3 ਏਕੜ ਫੈਮਿਲੀ ਕੋਲ ਜ਼ਮੀਨ ਹੈ, ਠੀਕ ਹੈ। ਉਸ 3 ਏਕੜ ਜ਼ਮੀਨ ਦੇ ਵਿੱਚ 3 ਮੈਂਬਰਸ ਵਰਕ ਐਫੀਸ਼ੀਐਂਟਲੀ, ਬਹੁਤ ਵਧੀਆ ਤਰੀਕੇ ਦੇ ਨਾਲ 3 ਏਕੜ ਜ਼ਮੀਨ ਨੂੰ 3 ਮੈਂਬਰ ਸੰਭਾਲ ਸਕਦੇ ਆ। ਬਟ ਜੇ ਉਸ ਫੈਮਿਲੀ ਦੇ ਵਿੱਚ 6 ਮੈਂਬਰ ਆ ਤਾਂ ਇਹ 6 ਦੇ 6 ਮੈਂਬਰ ਹੀ ਐਗਰੀਕਲਚਰ ਦੇ ਵਿੱਚ ਲੱਗੇ ਹੋਏ ਆ, ਕੰਮ ਕਰਨ ਲੱਗੇ ਹੋਏ ਆ ਤਾਂ ਜਦੋਂ ਕਿ ਉਹ 3 ਏਕੜ ਦਾ ਕੰਮ ਤਾਂ 3 ਬੰਦਿਆਂ ਦੁਆਰਾ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਬਾਕੀ ਦੇ ਜੋ ਇਨਸਾਨ 3 ਬੰਦੇ ਬਚੇ ਆ ਉਹ ਕਿਤੇ ਹੋਰ ਕੰਮ ਕਰ ਸਕਦੇ ਸੀ ਬਟ ਹੋਰ ਕਿਤੇ ਕੰਮ ਨਾ ਮਿਲਣ ਦੇ ਕਰਕੇ ਉਹ ਖੇਤੀਬਾੜੀ ਦੇ ਵਿੱਚ ਹੀ ਲੱਗੇ ਹੋਏ ਆ। ਉਹ ਵੀ ਤਾਂ ਆਊਟ ਆਫ 6 ਓਨਲੀ 3 ਵਰਕਰਸ ਐਕਚੁਅਲੀ ਡਿਸਗਾਈਜ਼ਡ। ਇਹਨਾਂ 6 ਦੇ ਵਿੱਚੋਂ 3 ਵਰਕਰ ਡਿਸਗਾਈਜ਼ਡ ਆ, ਮਤਲਬ ਛੁਪੀ ਹੋਈ ਬੇਰੁਜ਼ਗਾਰੀ ਦੇ ਵਿਕਟਮ ਆ। ਇਹ ਛੁਪੇ ਹੋਏ ਬੇਰੁਜ਼ਗਾਰ ਆ ਇਹ 3 ਵਰਕਰ ਜਿਹੜੇ ਕਿ ਉੱਥੇ ਲੱਗੇ ਹੋਏ ਆ ਬਟ ਉਹਨਾਂ ਦੀ ਉਸ ਕੰਮ ਦੇ ਵਿੱਚ ਕੋਈ ਜ਼ਰੂਰਤ ਨਹੀਂ ਹੈਗੀ ਤਾਂ ਉਹਨੂੰ ਅਸੀਂ ਛੁਪੀ ਹੋਈ ਬੇਰੁਜ਼ਗਾਰੀ ਜਾਂ ਡਿਸਗਾਈਜ਼ਡ ਅਨਇੰਪਲੋਇਮੈਂਟ ਕਹਿ ਦਿੰਦੇ ਹਾਂ। So, in underdeveloped countries, due to the lack of employment opportunities in industries and other fields, people are doing work in their own farms। ਹੁਣ ਕੀ ਹੈ ਕਿ ਅੰਡਰ ਡਿਵੈਲਪਡ ਕੰਟਰੀ ਆ ਜਿਹੜੇ ਹਜੇ ਵਿਕਾਸ ਕਰ ਰਹੇ ਆ, ਵਿਕਸਿਤ ਨਹੀਂ ਹੋਏ ਪੂਰੀ ਤਰ੍ਹਾਂ ਨਾਲ, ਉੱਥੇ ਕੀ ਹੈ, ਉੱਥੇ ਇੰਪਲੋਇਮੈਂਟ ਦੀ ਘਾਟ ਹੁੰਦੀ ਹੈ। ਇੰਡਸਟਰੀਆਂ ਦੇ ਵਿੱਚ ਲੋਕਾਂ ਨੂੰ ਜ਼ਿਆਦਾ ਕੰਮ ਨਹੀਂ ਮਿਲਦਾ ਤਾਂ ਕੀ ਹੁੰਦਾ ਏ, ਲੋਕ ਆਪਣੇ ਹੀ ਫਾਰਮ ਦੇ ਵਿੱਚ ਆਪਣੇ ਜੋ ਫੈਮਿਲੀ ਫਾਰਮ ਹੁੰਦੇ ਆ ਉੱਥੇ ਹੀ ਕੰਮ ਕਰਨ ਲੱਗ ਜਾਂਦੇ ਆ। If some of the workers are withdrawn from the agriculture farms, even then total production will not change। ਹੁਣ ਜੇਕਰ ਇੱਥੇ ਮੰਨ ਲਓ ਵੀ 6 ਮੈਂਬਰ ਆ, 6 ਮੈਂਬਰ ਖੇਤੀਬਾੜੀ ਦੇ ਵਿੱਚ ਲੱਗੇ ਹੋਏ ਆ, ਜੇ ਉਹਨਾਂ ਦੇ ਵਿੱਚੋਂ 3 ਨੂੰ ਆਪਾਂ ਰਿਡਿਊਸ ਵੀ ਕਰ ਦਈਏ, 3 ਨੂੰ ਆਪਾਂ ਹਟਾ ਵੀ ਦਈਏ ਤਾਂ ਜੋ ਪ੍ਰੋਡਕਸ਼ਨ ਹੈ ਉਹ ਚੇਂਜ ਨਹੀਂ ਹੋਊਗੀ। ਇਹ ਨਹੀਂ ਵੀ ਜੇ 3 ਨੂੰ ਹਟਾ ਦਾਂਗੇ ਤਾਂ ਪ੍ਰੋਡਕਸ਼ਨ ਘਟ ਜੂਗੀ, ਨੋ, ਕਿਉਂਕਿ ਐਕਚੁਅਲ ਦੇ ਵਿੱਚ ਉੱਥੇ 3 ਲੋਕਾਂ ਦਾ ਹੀ ਕੰਮ ਹੈ, 3 ਬੰਦਿਆਂ ਦਾ ਕੰਮ ਹੈ ਤਾਂ ਉਹ 3 ਉੱਥੇ ਹੈਗੇ ਆ। ਬਾਕੀਆਂ 3 ਨੂੰ ਆਪਾਂ ਚੇਂਜ ਕਰ ਦਿਆਂਗੇ ਤਾਂ ਪ੍ਰੋਡਕਸ਼ਨ ਦੇ ਵਿੱਚ ਕੋਈ ਵੀ ਚੇਂਜ ਨਹੀਂ ਹੋਊਗਾ। Though such people seem to be employed but actually they are disguised unemployed। ਇਹ ਲੋਕ ਜਿਹੜੇ ਹੁਣ 6 ਲੋਕ ਲੱਗੇ ਹੋਏ ਆ ਖੇਤ ਦੇ ਵਿੱਚ, ਉਹ ਦੇਖਣ ਨੂੰ ਸਾਨੂੰ ਲੱਗ ਰਿਹਾ ਕਿ ਉਹ ਇੰਪਲੋਇਡ ਆ, ਉਹ ਰੁਜ਼ਗਾਰ ਕਰ ਰਹੇ ਆ, ਉਹਨਾਂ ਨੂੰ ਕੰਮ ਮਿਲ ਰਿਹਾ ਬਟ ਐਕਚੁਅਲ ਦੇ ਵਿੱਚ ਕੀ ਆ, ਉਹ ਡਿਸਗਾਈਜ਼ਡ ਅਨਇੰਪਲੋਇਡ ਆ, ਉਹ ਛੁਪੇ ਹੋਏ ਬੇਰੁਜ਼ਗਾਰ ਆ। ਐਕਚੁਅਲ ਦੇ ਵਿੱਚ ਉਹ ਬੇਰੁਜ਼ਗਾਰ ਹੀ ਆ ਬਟ ਕੰਮ ਨਾ ਮਿਲਣ ਦੇ ਕਰਕੇ ਉਹ ਇੱਥੇ ਹੀ ਚਲੋ ਲੱਗੇ ਹੋਏ ਆ। ਨੈਕਸਟ ਟੌਪਿਕ ਹੈ ਆਪਣਾ ਫੁੱਲ ਇੰਪਲੋਇਮੈਂਟ। ਪੂਰਾ ਰੁਜ਼ਗਾਰ ਜਾਂ ਪੂਰਨ ਰੁਜ਼ਗਾਰ ਇਹਨੂੰ ਆਪਾਂ ਕਹਿ ਸਕਦੇ ਹਾਂ। ਇਹ ਕਿਹੜੀ ਸਿਚੁਏਸ਼ਨ ਹੈ? ਦੈਟ ਸਿਚੁਏਸ਼ਨ ਵੈਨ ਆਲ ਦੋਜ਼ ਹੂ ਆਰ ਵਿਲਿੰਗ ਟੂ ਵਰਕ ਐਟ ਕਰੰਟ ਵੇਜ ਰੇਟ ਆਰ ਏਬਲ ਟੂ ਗੈਟ ਵਰਕ। ਇਹਦਾ ਮਤਲਬ ਇਸ ਤਰ੍ਹਾਂ ਦੀ ਸਿਚੁਏਸ਼ਨ ਜਦੋਂ ਸਾਰੇ ਲੋਕ ਕੰਮ ਕਰਨ ਵਾਸਤੇ ਵਿਲਿੰਗ ਹੋਣ, ਕਰੰਟ ਵੇਜ 'ਤੇ ਜੋ ਵੀ ਦਿਹਾੜੀ ਉਹਨਾਂ ਨੂੰ ਮਿਲ ਰਹੀ ਆ ਉਸ ਵੇਜ ਉੱਪਰ ਹੀ ਉਹ ਕੰਮ ਕਰਨ ਦੇ ਵਾਸਤੇ ਵਿਲਿੰਗ ਹੋਣ ਅਤੇ ਉਹਨਾਂ ਨੂੰ ਕੰਮ ਮਿਲ ਵੀ ਜਾਵੇ, ਉਹ ਕੰਮ ਪ੍ਰਾਪਤ ਵੀ ਕਰ ਲੈਣ, ਉਹਨੂੰ ਅਸੀਂ ਕਹਿੰਦੇ ਹਾਂ ਫੁੱਲ ਇੰਪਲੋਇਮੈਂਟ।
ਇਟ ਮੀਨਸ ਐਬਸੈਂਸ ਆਫ ਇਨਵਲੰਟਰੀ ਅਨਇੰਪਲੋਇਮੈਂਟ। ਇਨਵਲੰਟਰੀ ਅਨਇੰਪਲੋਇਮੈਂਟ ਦੀ ਐਬਸੈਂਸ ਹੋਵੇ, ਬੇਰੁਜ਼ਗਾਰੀ ਦੀ ਪੂਰੀ ਤਰ੍ਹਾਂ ਦੇ ਨਾਲ ਗੈਰ ਮੌਜੂਦਗੀ ਹੋਵੇ, ਸਾਰਿਆਂ ਨੂੰ ਕੰਮ ਮਿਲੇ, ਸਾਰੇ ਕੰਮ ਕਰਨ ਦੇ ਇੱਛੁਕ ਵੀ ਹੋਣ, ਉਹਨਾਂ ਨੂੰ ਅਸੀਂ ਫੁੱਲ ਇੰਪਲੋਇਮੈਂਟ ਕਹਿ ਦਿੰਦੇ ਹਾਂ। ਫੁੱਲ ਇੰਪਲੋਇਮੈਂਟ ਕਈ ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਵਲੰਟਰੀ, ਫ੍ਰਿਕਸ਼ਨਲ, ਸੀਜ਼ਨਲ, ਸਟਰਕਚੁਅਲ, ਟੈਕਨੀਕਲ। ਫੁੱਲ ਇੰਪਲੋਇਮੈਂਟ ਦੇ ਅੰਡਰ ਬਹੁਤ ਸਾਰੀਆਂ ਅਨਇੰਪਲੋਇਮੈਂਟਸ ਆ ਜਾਂਦੀਆਂ। ਵਲੰਟਰੀ ਅਨਇੰਪਲੋਇਮੈਂਟ ਉਦੋਂ ਹੁੰਦੀ ਹੈ ਵੈਨ ਲੇਬਰ ਆਰ ਨੋਟ ਰੈਡੀ ਟੂ ਵਰਕ ਐਟ ਐਗਜ਼ਿਸਟਿੰਗ ਰੇਟ ਆਫ ਵੇਜਸ ਐਂਡ ਆਰ ਨੋਟ ਵਿਲਿੰਗ ਟੂ ਵਰਕ। ਇਹ ਅਨਇੰਪਲੋਇਮੈਂਟ ਉਦੋਂ ਹੁੰਦੀ ਹੈ ਜਦੋਂ ਲੋਕ, ਲੇਬਰ ਆ ਜਿਹੜਾ, ਕੰਮ ਕਰਨ ਵਾਸਤੇ ਰੈਡੀ ਨਹੀਂ ਹੁੰਦਾ, ਐਗਜ਼ਿਸਟ ਰੇਟ 'ਤੇ, ਜੋ ਉਹਨਾਂ ਨੂੰ ਰੇਟ ਮਿਲਦਾ ਹੈ ਉਸ ਰੇਟ 'ਤੇ ਉਹ ਕੰਮ ਕਰਨ ਵਾਸਤੇ ਰੈਡੀ ਨਹੀਂ ਹੁੰਦੇ, ਵਿਲਿੰਗ ਕੰਮ ਕਰਨ ਵਾਸਤੇ ਨਹੀਂ ਹੁੰਦੇ। ਫ੍ਰਿਕਸ਼ਨਲ ਅਨਇੰਪਲੋਇਮੈਂਟ, ਫ੍ਰਿਕਸ਼ਨਲ ਅਨਇੰਪਲੋਇਮੈਂਟ ਦੇ ਵਿੱਚ ਕਦੋਂ ਹੁੰਦੀ ਹੈ? ਜਦੋਂ ਸ਼ਾਰਟੇਜ ਹੋ ਜੇ ਰॉ ਮਟੀਰੀਅਲ ਦੀ, immobility of labor, inadequacy of special kind of employment opportunities or due to wear and tear of machinery। ਮਸ਼ੀਨਰੀ ਦੇ ਵਿੱਚ ਕੋਈ ਪ੍ਰੋਬਲਮ ਆ ਜੇ, ਲੇਬਰ ਦੀ ਘਾਟ ਹੋਵੇ, ਸ਼ਾਰਟੇਜ ਹੋਵੇ ਰॉ ਮਟੀਰੀਅਲ ਦੀ, ਤਾਂ ਉਦੋਂ ਫ੍ਰਿਕਸ਼ਨਲ ਅਨਇੰਪਲੋਇਮੈਂਟ ਹੁੰਦੀ ਹੈ। ਸੀਜ਼ਨਲ ਅਨਇੰਪਲੋਇਮੈਂਟ, ਸੀਜ਼ਨਲ ਮਤਲਬ ਮੌਸਮੀ ਬੇਰੁਜ਼ਗਾਰੀ। ਦਿਸ ਇੰਪਲੋਇਮੈਂਟ ਕਮਸ ਡਿਊ ਟੂ ਦਾ ਚੇਂਜ ਇਨ ਸੀਜ਼ਨ, ਫੈਸ਼ਨ ਐਂਡ ਇੰਟਰਸਟ। ਫੈਸ਼ਨ ਦੇ ਵਿੱਚ ਚੇਂਜ ਹੋ ਜੇ, ਸੀਜ਼ਨ ਚੇਂਜ ਹੋ ਜੇ, ਇੰਟਰਸਟ, ਲੋਕਾਂ ਦੇ ਇੰਟਰਸਟ ਦੇ ਵਿੱਚ ਚੇਂਜ ਹੋ ਜੇ। ਐਗਜ਼ਾਮਪਲ ਦੇ ਤੌਰ 'ਤੇ ਆਈਸ ਫੈਕਟਰੀ ਆਰ ਕਲੋਜ਼ ਡਿਊਰਿੰਗ ਵਿੰਟਰ ਸੀਜ਼ਨ। ਜਿਵੇਂ ਆਈਸ ਫੈਕਟਰੀ ਹੁੰਦੀਆਂ ਜਿਹੜੀਆਂ ਬਰਫ਼ ਵਾਲੀਆਂ ਫੈਕਟਰੀਜ਼, ਉਹ ਹੁਣ ਬੰਦ ਹੋ ਜਾਂਦੀਆਂ ਵਿੰਟਰ ਦੇ ਵਿੱਚ, ਤਾਂ ਉਦੋਂ ਜਿਹੜੇ ਉੱਥੇ ਲੋਕ ਕੰਮ ਕਰਦੇ ਹੁੰਦੇ ਆ ਉਹ ਅਨਇੰਪਲੋਇਡ ਹੋ ਜਾਂਦੇ ਆ, ਤਾਂ ਉਹਨੂੰ ਸੀਜ਼ਨਲ ਅਨਇੰਪਲੋਇਮੈਂਟ ਕਹਿ ਦਿੰਦੇ ਆ। ਨੈਕਸਟ ਸਟਰਕਚੁਅਲ ਅਨਇੰਪਲੋਇਮੈਂਟ। ਸਟਰਕਚੁਅਲ ਅਨਇੰਪਲੋਇਮੈਂਟ rise due to structural change in the economic condition like change due to the export। ਪੂਰੇ ਢਾਂਚੇ ਦੇ ਵਿੱਚ ਚੇਂਜ ਹੋ ਜੇ, ਇਕੋਨਮੀ ਦੇ ਪੂਰੇ ਢਾਂਚੇ ਦੇ ਵਿੱਚ ਹੀ ਚੇਂਜ ਹੋ ਜੇ, ਜਿਵੇਂ ਐਕਸਪੋਰਟ ਦੇ ਨਾਲ ਬਾਹਰਲੇ ਦੇਸ਼ਾਂ ਨੂੰ ਚੀਜ਼ਾਂ ਭੇਜਣ ਦੇ ਨਾਲ ਇਕੋਨਮੀ ਹਿੱਲ ਜਾਵੇ, ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਚੇਂਜ ਆ ਜੇ ਇਕਨੋਮਿਕ ਦੇ, ਆਰਥਿਕਤਾ ਦੇ ਢਾਂਚੇ ਵਿੱਚ, ਤਾਂ ਉਹਨੂੰ ਅਸੀਂ ਸਟਰਕਚੁਅਲ ਜੋ ਅਨਇੰਪਲੋਇਮੈਂਟ ਕਹਿ ਦਿੰਦੇ ਹਾਂ। ਅੱਗੇ ਆ ਗਿਆ ਟੈਕਨੀਕਲ ਅਨਇੰਪਲੋਇਮੈਂਟ। ਦਿਸ ਇੰਪਲੋਇਮੈਂਟ arise due to the change in the techniques of production like when the labor do not know how to operate new machines etc। ਜਦੋਂ ਚੇਂਜ ਹੋ ਜਾਂਦਾ ਹੈ ਕਿਸੇ ਟੈਕਨੀਕ ਦੇ ਵਿੱਚ, ਪ੍ਰੋਡਕਸ਼ਨ ਦੀਆਂ ਜੋ ਤਕਨੀਕਾਂ ਹੈ ਉਹਨਾਂ ਦੇ ਵਿੱਚ ਚੇਂਜ ਹੋ ਜੇ, ਲੇਬਰ ਨੂੰ ਨਾ ਪਤਾ ਹੋਵੇ ਵੀ ਕਿਸ ਤਰ੍ਹਾਂ ਨਾਲ ਨਵੀਆਂ ਮਸ਼ੀਨਸ ਆਪਰੇਟ ਕਰਨੀਆਂ ਹੈ, ਕਿਸ ਤਰ੍ਹਾਂ ਦੇ ਨਾਲ ਨਵੀਂ ਟੈਕਨੀਕ ਨੂੰ ਯੂਜ਼ ਕਰਨਾ ਹੈ, ਤਾਂ ਉਦੋਂ ਟੈਕਨੀਕਲ ਅਨਇੰਪਲੋਇਮੈਂਟ ਆ ਜਾਂਦੀ ਹੈ।